ਲੜੀਵਾਰ ਕਥਾ ਰਾਗ ਬਿਲਾਵਲ ਵਿੱਚ ਗੁਰੂ ਸਾਹਿਬ ਦੀ ਦਇਆ ਨਾਲ ਆਪਾਂ ਵਿਚਾਰ ਰਹੇ ਹਾਂ। ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਮ੍ਰਿਤ ਬਚਨਾਂ ਦੀ ਕਥਾ ਚੱਲ ਰਹੀ ਹੈ। ਤਰਨ ਗਗਨ ਨਭ ਖੰਡ ਮਹਿ ਜੋਤ ਸਭ ਰੂਪੀ ਰਹਿਓ ਭਰ, ਪਾਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। 812 ਅੰਗ ਤੇ ਕਥਾ ਪਹੁੰਚੀ ਹੈ। ਹਾਜ਼ਰੀਆਂ ਲਵਾਓ ਤੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮੁਹੱਲਾ ਪੰਜਵਾ। ਮਾਟੀ ਤੇ ਜਿਨ ਸਾਜਿਆ, ਕਰ ਦੁਰਲਭ ਦੇ। ਰਾਗ ਬਿਲਾਵਲ ਹੈ। ਪੰਚਮ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨ ਹਨ। ਮਿੱਟੀ ਤੋਂ ਪਰਮੇਸ਼ਰ ਨੇ ਸਰੀਰ ਦੀ ਰਚਨਾ ਕੀਤੀ, ਦੁਰਲਭ ਦੇ। ਮਿੱਟੀ ਤੋਂ ਹੀ ਬਣੀ ਹੈ ਕਾਇਆ। ਇਹਦੇ ਵਿੱਚ ਮਿੱਟੀ ਦਾ ਧਰਤੀ ਦਾ ਭਾਗ ਅਧਿਕ ਹੈ। ਕੋਈ ਸਮਾਂ ਮਿੱਟੀ ਤੇ ਪਈ ਰਹਿ ਜੇ, ਸਰੀਰ ਤਿਆਗਣ ਤੋਂ ਬਾਅਦ ਇਹ ਸਰੀਰ ਮਿੱਟੀ ਰੂਪ ਹੋ ਜਾਂਦਾ ਹੈ। ਤੋ ਵਾਹਿਗੁਰੂ ਨੇ ਮਿੱਟੀ ਤੇ ਜਿਨ ਸਾਜਿਆ, ਕਰ ਦੁਰਲਭ ਦੇਹ। ਮਿੱਟੀ ਤੋਂ ਪਰਮੇਸ਼ਰ ਨੇ ਸਾਜ ਕੇ ਇਸ ਦੁਰਲਭ ਦੇਹ ਦੀ ਰਚਨਾ ਕੀਤੀ। ਦੁਰਲਭ, ਦੁਲੰਭ, ਦੁਰਲਭ। ਇਹ ਬਚਨ ਇਸ ਮਨੁੱਖ ਦੇਹ ਦੇ ਨਾਲ ਸਤਿਗੁਰੂ ਜੀ ਨੇ ਗੁਰਬਾਣੀ 'ਚ ਬਹੁਤ ਵੇਰੀ ਵਰਤਿਆ। ਕਿਉਂ? ਕਿਉਂਕਿ ਜੋ ਮੁੜ ਕੇ ਦੁਬਾਰਾ ਹਾਸਲ ਨਾ ਹੋਵੇ, ਮਿਲਿਆ ਹੈ ਹੁਣ, ਮੁੜ ਕੇ ਦੁਬਾਰਾ ਨਾ ਮਿਲੇ, ਉਹਨੂੰ ਕਹਿੰਦੇ ਨੇ ਦੁਰਲਭ। ਜੋ ਮੁੜ ਮੁੜ ਕੇ ਨਾ ਮਿਲੇ, ਜਿਹੜੀ ਚੀਜ਼ ਬਾਰ-ਬਾਰ ਨਾ ਮਿਲੇ, ਉਹਨੂੰ ਦੁਰਲਭ ਕਹਿੰਦੇ ਆ। ਮਨੁੱਖੀ ਕਾਇਆ ਵੀ ਪਰਮੇਸ਼ਰ ਨੇ ਸਾਨੂੰ ਦਿੱਤੀ ਹੈ ਸਵਾਰ ਕੇ, ਮਿੱਟੀ ਤੋਂ ਇਹ ਸਿਰਜ ਕੇ। ਇਹ ਵੀ ਮੁੜ ਮੁੜ ਕੇ ਨਹੀਂ ਜੇ ਮਿਲਦੀ, ਇਹ ਵੀ ਮੁੜ ਮੁੜ ਕੇ ਹਾਸਲ ਨਹੀਂ ਜੇ ਹੁੰਦੀ। ਇਹ ਦੁਰਲਭ ਦੇਹ ਹੈ ਜੋ ਨਿਰੰਕਾਰ ਨੇ ਮਿੱਟੀ ਤੋਂ ਸਾਜੀ ਹੈ, ਮਿੱਟੀ ਤੋਂ ਬਣਾਈ ਹੈ। ਅਨਕ ਛਿਦਰ ਮਨ ਮਹਿ ਢੱਕੇ, ਨਿਰਮਲ ਦ੍ਰਿਸ਼ਟੇ। ਅਨੇਕਾਂ ਪ੍ਰਕਾਰ ਦੇ ਛਿਦਰ, ਛਿਦਰ ਕਹਿੰਦੇ ਨੇ ਕਮੀਆਂ, ਵਿਕਾਰ। ਕਹਿੰਦੇ ਮਨੁੱਖ ਦੇ ਮਨ 'ਚ ਇੱਕ ਵਿਕਾਰ ਥੋੜੀ, ਅਨੇਕਾਂ ਹੀ ਵਿਕਾਰਾਂ ਨਾਲ ਭਰਿਆ ਮਨ। ਮਨ 'ਚ ਕਿੰਨੀਆਂ ਬੁਰਾਈਆਂ ਨੇ, ਕਿੰਨੇ ਛਿਦਰ ਨੇ, ਕਿੰਨੀਆਂ ਖਾਮੀਆਂ ਨੇ, ਕਿੰਨੀਆਂ ਕਮੀਆਂ ਨੇ। ਅਨੇਕਾਂ ਛਿਦਰ ਇਸ ਕਾਇਆ ਦੇ ਵਿੱਚ, ਇਸ ਮਨ ਦੇ ਵਿੱਚ ਹਨ। ਪਰ ਪਰਮੇਸ਼ਰ ਨੇ ਉਹਨੂੰ ਬਾਹਰੋਂ ਆ ਸਰੀਰ ਜਿਹੜਾ ਪੜਦਾ ਹੈ, ਉਹਦੇ ਨਾਲ ਸਾਰੇ ਮਨ ਨੂੰ ਢੱਕ ਦਿੱਤਾ ਹੈ। ਤੇ ਬਾਹਰੋਂ ਕਿੰਨਾ ਨਿਰਮਲ ਨਜ਼ਰ ਆਉਂਦਾ, ਪਰ ਅੰਦਰ ਕੀ ਹੈ? ਕੂੜ ਕਬਾੜ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਹਿੰਦੇ ਬਾਹਰੋਂ ਕਿੱਡੀ ਸੋਹਣੀ ਨਿਰਮਲ ਦੇਹ ਬਣਾ ਦਿੱਤੀ ਪਰਮੇਸ਼ਰ ਨੇ, ਅੰਦਰ ਮਨ। ਹੁਣ ਜੇ ਮੰਨ ਲਓ ਵੀ ਜੋ ਸਾਡੇ ਮਨ ਵਿੱਚ ਹੈ ਉਹ ਦੂਜਿਆਂ ਨੂੰ ਦਿਸਣ ਲੱਗ ਪਏ, ਜੋ ਜੋ ਸਾਡੇ ਮਨ ਵਿੱਚ ਅਸੀਂ ਸੋਚਦੇ ਹਾਂ, ਜੋ ਸਾਡੇ ਮਨ ਵਿੱਚ ਫੁਰਨਾ ਉੱਠਦਾ, ਜੋ ਸਾਡੇ ਮਨ 'ਚ ਵਿਕਾਰ ਨੇ, ਜੋ ਜੋ ਚਿਤਵਨੀਆਂ ਨੇ, ਮੰਨ ਲਓ ਨਾਲ ਸਾਰੇ ਜਿੰਨੇ ਵੀ ਆਪਾਂ ਇੱਕ ਦੂਜੇ ਦੇ ਫਿਰਦੇ, ਸਭ ਦਾ ਮਨ ਵੇਖਣ ਲੱਗ ਪਈਏ ਅਸੀਂ। ਕੀ ਬਣੇਗਾ ਸਮਾਜ ਦਾ? ਕੀ ਹੋਵੇਗਾ ਦੁਨੀਆ ਦਾ? ਕਰੋੜਾਂ ਵਿੱਚੋਂ ਕੋਈ ਇੱਕ ਅੱਧਾ ਹੀ ਐਸਾ ਹੋਵੇਗਾ ਗੁਰੂ ਕਿਰਪਾ ਨਾਲ ਬਚਿਆ ਹੋਇਆ, ਜਿਸ ਦਾ ਮਨ ਸ਼ੁੱਧ ਹੋਵੇਗਾ। ਨਹੀਂ ਤਾਂ ਰੂਹਾਂ ਕੰਬ ਜਾਣਗੀਆਂ ਲੋਕਾਂ ਦੀਆਂ ਵੇਖ ਕੇ ਇੱਕ ਦੂਜੇ ਦੇ ਮਨ ਨੂੰ, ਕਿ ਇੰਨਾ ਕੋੜ ਉੱਠਦਾ ਮਨ 'ਚ, ਇੰਨੇ ਫੁਰਨੇ ਉੱਠਦੇ ਆ ਭੈੜੇ, ਕੰਬ ਜਾਣਗੇ ਲੋਕ ਇੱਕ ਦੂਜੇ ਦੇ ਮਨ ਦੀ ਹਾਲਤ ਨੂੰ ਵੇਖ ਕੇ, ਪੜ੍ਹ ਕੇ।
ਇਹ ਰੱਬ ਨੇ ਕਿੱਡੀ ਵੱਡੀ ਦਇਆ ਕੀਤੀ ਆ, ਉਹਨੇ ਸਾਡੇ ਮਨ ਦੇ ਉਹ ਅਨੇਕਾਂ ਛਿਦਰ ਬਾਹਰੋਂ ਆ ਸਰੀਰ ਦਾ ਪਰਦਾ ਪਾ ਕੇ ਅੰਦਰ ਹੀ ਕੱਜ ਛੱਡੇ ਨੇ, ਕਿਉਂਕਿ ਪ੍ਰਮਾਤਮਾ ਵਰਗਾ ਪਰਦੇ ਕੱਜ ਸੰਸਾਰ 'ਚ ਕੋਈ ਨਹੀਂ ਹੈ। ਵਾਹਿਗੁਰੂ ਜੀ। ਦੁਨੀਆ ਪਰਦੇ ਚੁੱਕਦੀ ਹੈ, ਵਾਹਿਗੁਰੂ ਪਰਦੇ ਕੱਜਦਾ ਹੈ। ਵਾਹਿਗੁਰੂ। ਉਹਦੇ ਵਰਗਾ ਪਰਦੇ ਕੱਜ ਕੋਈ ਨਹੀਂ ਸੰਸਾਰ 'ਚ। ਕਿੱਡੇ ਪਰਦੇ ਕੱਜੇ ਨੇ ਵਾਹਿਗੁਰੂ ਨੇ। ਫਿਰ ਇਸ ਸਰੀਰ ਦੀ ਆ ਜਿਹੜੀ ਬਾਹਰਲੀ ਸਕਿਨ ਹੈ, ਚਮੜੀ ਹੈ, ਇਹ ਨਿਰਮਲ ਨਜ਼ਰ ਆਉਂਦੀ ਹੈ। ਇਹਦੇ ਅੰਦਰ ਖੂਨ ਵਗਦਾ, ਮਿੱਝ ਹੈ। ਥੋੜਾ ਜਿਹਾ ਜ਼ਖਮ ਹੋਇਆ ਹੋਵੇ ਕਿਸੇ ਦੇ ਤਨ ਦੇ ਉੱਤੇ, ਵੇਖ ਕੇ ਗਿਲਾਨੀ ਆਉਂਦੀ ਹੈ। ਪਰਮਾਤਮਾ ਨੇ ਕੈਸੀ ਦਇਆ ਦ੍ਰਿਸ਼ਟੀ ਕਰਕੇ ਬਾਹਰੋਂ ਆ ਚਮੜੇ ਦਾ ਲੀਪਾ ਪੋਚਾ ਜਿਹਾ ਕਰਕੇ ਅੰਦਰ ਸਾਰਾ ਕੁਝ ਗੰਦਮੰਦ ਕੱਜ ਦਿੱਤਾ ਹੈ। ਇਹ ਨਿਰੰਕਾਰ ਦੀਆਂ ਦਾਤਾਂ ਨੇ। ਇਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਵਡਿਆਈ ਹੈ। ਉਹ ਪਰਦੇ ਕੱਜ ਲੈਂਦਾ, ਉਹਦੇ ਵਰਗਾ ਦਿਆਲੂ ਕੋਈ ਨਹੀਂ, ਉਹਦੇ ਵਰਗਾ ਤਰਸ ਵਾਲਾ ਕੋਈ ਨਹੀਂ। ਇਸ ਕਰਕੇ ਮਹਾਰਾਜ ਜੀ ਕਹਿੰਦੇ ਅਨਕ ਛਿਦਰ ਮਨ ਮਹਿ ਢੱਕੇ। ਅਨੇਕਾਂ ਛਿਦਰ, ਅਨੇਕਾਂ ਖਾਮੀਆਂ ਜਿਹੜੀਆਂ ਸਾਡੇ ਮਨ ਵਿੱਚ ਨੇ, ਵਿਕਾਰ ਨੇ, ਉਹ ਪਰਮੇਸ਼ਰ ਨੇ ਅੰਦਰ ਹੀ ਢੱਕ ਛੱਡੇ ਨੇ। ਨਿਰਮਲ ਦ੍ਰਿਸ਼ਟੇ। ਬਾਹਰੋਂ ਆ ਜਿਹੜੀ ਦੇਹ ਹੈ ਕਿੰਨੀ ਨਿਰਮਲ ਨਜ਼ਰ ਆਉਂਦੀ ਹੈ। ਕਈ ਤਰ੍ਹਾਂ ਦੀਆਂ ਪਰਫਿਊਮਾਂ ਪਾ ਕੇ ਕਿੰਨੀਆਂ ਸੁਗੰਧੀਆਂ ਦੇ ਸਹਿਤ ਨਜ਼ਰ ਆਉਂਦੀ ਹੈ। ਕਿੰਨੇ ਕਿੰਨੇ ਸੋਹਣੇ ਵਸਤਰਾਂ ਦੇ ਨਾਲ ਸੁੰਦਰ ਸਜੀ ਹੋਈ ਨਜ਼ਰ ਆਉਂਦੀ ਹੈ। ਕਹਿੰਦੇ ਵਾਹਿਗੁਰੂ ਪਰਮੇਸ਼ਰ ਨੇ ਬਾਹਰੋਂ ਨਿਰਮਲ ਦਿਸਣ ਵਾਲੀ ਜਿਹੜੀ ਇਹ ਖੇਡ ਬਣਾ ਦਿੱਤੀ ਹੈ। ਇਹ ਅਕਾਲ ਪੁਰਖ ਦਾ ਤਰਸ ਹੈ, ਜਿਹਨੇ ਇਹਦੇ ਮਨ ਵਿੱਚ ਅਨੇਕਾਂ ਪ੍ਰਕਾਰ ਦੇ ਵਿਕਾਰਾਂ ਨੂੰ ਕੱਜ ਛੱਡਿਆ, ਢੱਕ ਛੱਡਿਆ ਹੈ। ਕਿਉਂ ਬਿਸਰੈ ਪ੍ਰਭ ਮਨੈ ਤੇ, ਜਿਸ ਕੇ ਗੁਣ ਇਹ। ਕਹਿੰਦੇ ਜਿਹਨੇ ਇਹੋ ਜਿਹੇ ਗੁਣ ਕੀਤੇ ਨੇ ਸਾਡੇ ਤੇ, ਇਹੋ ਜਿਹੇ ਪਰਉਪਕਾਰ ਕੀਤੇ ਨੇ, ਐਸਾ ਰੱਬ ਸਾਡੇ ਹਿਰਦੇ ਚੋਂ ਕਿਉਂ ਵਿਸਰੇ? ਕਿਉਂ ਅਸੀਂ ਨਸ਼ੁਕਰੇ ਬਣੀਏ? ਸਾਡਾ ਔਖੇ ਵੇਲੇ ਕੋਈ ਪਰਦਾ ਕੱਜ ਲੇ, ਅਸੀਂ ਸਾਰੀ ਜ਼ਿੰਦਗੀ ਉਹਦੀ ਗੁਲਾਮੀ ਕਰਨ ਨੂੰ ਤਿਆਰ ਹੋ ਜਾਂਦੇ। ਪਰ ਹੁੰਦੇ ਆ ਕਿਰਤ ਘਣ ਵੀ ਹੁੰਦੇ ਆ ਸੰਸਾਰ 'ਚ, ਜਿਹੜੇ ਕਹਿੰਦੇ ਕੀ ਹੋ ਗਿਆ, ਮੈਂ ਵੀ ਤਾਂ ਇਹਦੀ ਮਦਦ ਕੀਤੀ ਸੀ। ਪਰ ਜਿਹੜੇ ਜਾਣਦੇ ਨੇ ਕਿਸੇ ਦਾ ਕੋਈ ਛੋਟਾ ਮੋਟਾ ਕੰਮ ਸਵਾਰ ਦੇਵੇ, ਕਿਸੇ ਦਾ ਕੋਈ ਪਰਦਾ ਕੱਜ ਲੇ, ਉਹ ਸਾਰੀ ਜ਼ਿੰਦਗੀ ਕਹਿੰਦਾ ਯਾਰ ਤੇਰਾ ਅਹਿਸਾਨਮੰਦ ਰਹਾਂਗਾ। ਤੇ ਜਿਸ ਦਾਤੇ ਨੇ ਏਡੀ ਵੱਡੀ ਕਿਰਪਾ ਕਰਕੇ ਇੰਨੇ ਪਰਦੇ ਕੱਜੇ ਨੇ ਸਾਡੇ, ਕਿਉਂ ਨਾ ਸ਼ੁਕਰੇ ਹੋਈਏ। ਕਹਿੰਦੇ ਇਹੋ ਜਿਹੇ ਗੁਣ ਕਰਨ ਵਾਲੇ ਰੱਬ ਨੂੰ ਮੈਂ ਹਿਰਦੇ 'ਚ ਕਿਉਂ ਵਿਸਾਰਾਂ? ਉਹ ਮੇਰੇ ਹਿਰਦੇ 'ਚੋਂ ਕਿਉਂ ਵਿਸਰੇ? ਕਿਉਂ ਬਿਸਰੈ ਪ੍ਰਭ ਮਨ ਤੇ। ਮੇਰਾ ਵਾਹਿਗੁਰੂ ਮੇਰੇ ਇਸ ਮਨ ਤੋਂ ਕਿਉਂ ਵਿਸਰੇ? ਜਿਸ ਕੇ ਗੁਣ ਇਹ, ਜਿਹਦੇ ਆ ਗੁਣ ਨੇ ਸਾਰੇ, ਜਿਹਨੇ ਸਾਡੇ ਪਰਦੇ ਕੱਜੇ ਨੇ। ਢਾਕਨ ਢਾਕ ਗੋਬਿੰਦ ਪ੍ਰਭ ਮੇਰਾ, ਮੋਹਿ ਅਪਰਾਧੀ ਚਰਨ ਸ਼ਰਣ। ਇਹੋ ਜਿਹਾ ਪਰਦੇ ਕੱਜਣ ਵਾਲਾ ਵਾਹਿਗੁਰੂ, ਉਹ ਮੇਰੇ ਹਿਰਦੇ ਵਿੱਚੋਂ ਮੈਨੂੰ ਕਿਉਂ ਵਿਸਰੇ? ਪ੍ਰਭ ਤਜ ਰਚੇ ਜੇ ਆਨ ਸਿਓ, ਸੋ ਰਲੀਐ ਖੇਹ। ਜਿਹੜੇ ਇਹੋ ਜਿਹੇ ਰੱਬ ਨੂੰ ਛੱਡ ਕੇ ਹੋਰ ਪਾਸੇ ਰਚੇ ਹੋਏ ਨੇ, ਆ ਹੋਰ ਚੀਜ਼ਾਂ ਪਦਾਰਥਾਂ ਵਿੱਚ, ਵਸਤੂਆਂ ਵਿੱਚ ਰਚੇ ਹੋਏ ਨੇ, ਜਿਸ ਨੇ ਦਿੱਤੀਆਂ ਨੇ ਦਾਤਾਂ ਉਹਦੇ ਵੱਲ ਧਿਆਨ ਹੀ ਨਹੀਂ। ਕਹਿੰਦੇ ਏਦਾਂ ਦੇ ਮਨੁੱਖ ਅਖੀਰ ਨੂੰ ਖੇ ਵਿੱਚ, ਮਿੱਟੀ ਵਿੱਚ ਰਲ ਜਾਣ ਵਾਲੇ ਹਨ। ਸੋ ਰਲੀਐ ਖੇ, ਉਹ ਖੇ ਹੋ ਜਾਣ ਵਾਲੇ ਨੇ, ਖੇ ਵਿੱਚ ਮਿਲ ਜਾਣ ਵਾਲੇ ਹਨ। ਜਿਹੜੇ ਇਹੋ ਜਿਹੇ ਪ੍ਰਭੂ ਨੂੰ ਤਿਆਗ ਕੇ ਸੰਸਾਰ ਦੇ ਵਿਸ਼ਿਆਂ ਵਿੱਚ ਰਚੇ ਹੋਏ ਨੇ। ਰਹਾਉ ਸਿਮਰੋ ਸਿਮਰੋ ਸਾਸ ਸਾਸ, ਮਤ ਬਿਲਮ ਕਰੇ। ਸਿਮਰੋ ਬਈ ਸਿਮਰੋ, ਸਭ ਰੱਬ ਨੂੰ ਸਵਾਸ ਸਵਾਸ ਸਿਮਰੋ, ਹਰ ਸਾਰਲ ਸਿਮਰੋ। ਹਰ ਚਿੰਤਨ ਸਵਾਸ ਦੀ ਹਰ ਇੱਕ ਕਿਰਿਆ ਨਾਲ ਉਸ ਨੂੰ ਚਿਤਵੋ।
ਪਾਤਸ਼ਾਹ ਕਹਿੰਦੇ ਸਿਮਰੋ ਸਿਮਰੋ ਸਾਸ ਸਾਸ ਮਤ ਬਿਲਮ ਕਰੇ। ਬਿਲਮ ਨਹੀਂ ਕਰਨਾ। ਬਿਲਮ ਦਾ ਮਤਲਬ ਹੁੰਦਾ ਦੇਰੀ। ਅਸਲ ਵਿੱਚ ਅਸੀਂ ਦੇਰੀ ਕਰਦੇ ਹੀ ਹਾਂ ਧਰਮ ਕਾਰਜ ਵਿੱਚ। ਕੋਈ ਚੰਗਾ ਕੰਮ ਕਰਨਾ ਹੋਵੇ ਉਹਦੇ ਲਈ ਦੇਰੀ ਕਰਦੇ, ਕੋਈ ਨਹੀਂ ਕਰਦੇ। ਬਾਣੀ ਪੜ੍ਹਨੀ ਹੈ, ਪੜਾਂਗੇ ਜੀ। ਅੰਮ੍ਰਿਤ ਛਕਣਾ, ਹਾਂ ਜੀ ਛਕਾਂਗੇ ਜੀ। ਗੁਰੂ ਘਰ ਜਾਇਆ ਕਰਾਂਗੇ, ਹਾਂ ਜੀ ਜਾਇਆ ਕਰਾਂਗੇ ਜੀ। ਥੋੜਾ ਜਿਹਾ ਹਾਲੇ ਬਿਜੀ ਹਾਂ ਬਈ, ਫਲਾਣੀ ਥਾਂ ਤੇ ਨਾਚ ਰੰਗ ਹੋ ਰਿਹਾ ਹੈ, ਹਾਂ ਚੱਲ ਬਈ, ਚੱਲ ਕੰਮਕਾਰ ਤਾਂ ਹੈਣ ਘਰ ਦੇ, ਕੋਈ ਨਹੀਂ ਫਿਰ ਕਰ ਲਾਂਗੇ, ਚੱਲ ਪਹਿਲਾਂ ਵੇਖ ਕੇ ਆਉਣੇ। ਫਲਾਣੇ ਥਾਂ ਤੇ ਆ ਮਾੜਾ ਕੰਮ ਪਿਆ ਹੁੰਦਾ, ਅਮਕੇ ਤੇ ਆ ਭੱਜ ਕੇ, ਹਾਂ ਬਈ ਚੱਲ, ਮੈਂ ਕਦੇ ਨਾ ਕੀਤੀ ਤੈਨੂੰ। ਬੁਰਿਆਈ ਵਾਸਤੇ ਹਮੇਸ਼ਾ ਤਿਆਰ ਬਰ ਤਿਆਰ ਰਹਿੰਦਾ ਹੈ। ਚੰਗਿਆਈ ਆਲਕ ਕਰੇ, ਬੁਰਿਆਈ ਹੋਏ ਸ਼ੇਰ। ਚੰਗਾ ਕੰਮ ਕਰਨਾ ਹੋਵੇ ਤੇ ਆਲਸ, ਬੁਰਾ ਕਰਨਾ ਹੋਵੇ ਤੇ ਸ਼ੇਰ ਬਣ ਜਾਂਦਾ। ਯਾਰ ਭਾਵੇਂ 4 ਦਿਨ ਜਗਾਈ ਰੱਖ, ਤੇ ਜੇ ਨਿਤਨੇਮ ਕਰਨਾ ਹੋਵੇ ਤੇ ਬਾਣੀ ਪੜ੍ਹਨੀ ਹੋਵੇ ਤੇ ਘੰਟਾ ਜਾਗਣਾ ਵੀ ਔਖਾ। ਪਾਤਸ਼ਾਹ ਇੱਥੇ ਬੜੇ ਸਪਸ਼ਟ ਲਫ਼ਜ਼ਾਂ 'ਚ ਕਹਿੰਦੇ ਵੀ ਧਰਮ ਅਰਥ ਵਾਲੇ ਪਾਸੇ ਜਿਹੜਾ ਬੰਦਾ ਨਾ ਦੇਰੀ ਕਰਦਾ। ਵਿਦਵਾਨ ਜਨ ਕਹਿੰਦੇ ਐ ਕੋਈ ਮਾੜਾ ਕਰਮ ਹੋਣਾ ਹੋਵੇ ਜਾਂ ਕਰਨ ਦਾ ਫੁਰਨਾ ਜਾਗੇ, ਉਹਨੂੰ ਟਾਲਦੇ ਚਲੇ ਜਾਓ, ਸ਼ਾਇਦ ਕਿਤੇ ਟਾਲੀ ਜਾਏ ਨਾ ਹੋਵੇ। ਪਰ ਚੰਗਾ ਕੰਮ ਕਰਨਾ ਹੋਵੇ ਤੇ ਟਾਲੋ ਨਾ। ਜਿਸ ਵੇਲੇ ਫੁਰਨਾ ਹੋਵੇ ਉਦੋਂ ਹੀ ਕਰ ਲਓ, ਮੁੜ ਕੇ ਕਿਤੇ ਐਸਾ ਨਾ ਹੋਵੇ। ਨੌਵੇਂ ਪਾਤਸ਼ਾਹ ਕਹਿੰਦੇ ਮਨ ਕੀ ਮਨ ਹੀ ਮਾਹੇ ਰਹੀ, ਨਾ ਹਰ ਭਜੇ ਨਾ ਤੀਰਥ ਸੇਵੇ ਚੋਟੀ ਕਾਲ ਗਹੀ। ਕਿਤੇ ਮਨ ਦੀਆਂ ਮਨ 'ਚ ਨਾ ਰਹਿ ਜਾਣ। ਇਸ ਕਰਕੇ ਦਇਆਨੰਦ ਸਵਾਮੀ ਸਾਹਿਬ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇੱਥੇ, ਮਤ ਬਿਲਮ ਕਰੇ ਹੈ ਸਿਮਰੋ ਸਿਮਰੋ ਸਾਸ ਸਾਸ। ਹਰ ਸਾਹ ਨਾਲ ਸਿਮਰੋ, ਸਾਸ ਸਾਸ ਸਿਮਰੋ ਗੋਬਿੰਦ, ਸਾਸ ਸਾਸ ਸਿਮਰੋ ਗੋਬਿੰਦ, ਸਾਸ ਸਾਸ ਸਿਮਰੋ ਗੋਬਿੰਦ, ਸਾਸ ਸਾਸ ਸਿਮਰੋ ਗੋਬਿੰਦ। ਮਨ ਅੰਤਰ ਕੀ ਉਤਰ ਚਿੰਦ, ਮਨ ਅੰਤਰ ਕੀ ਉਤਰ ਚਿੰਦ, ਮਨ ਅੰਤਰ ਕੀ ਉਤਰ ਚਿੰਦ, ਮਨ ਅੰਤਰ ਕੀ ਉਤਰ ਚਿੰਦ। ਸਿਮਰੋ ਸਿਮਰੋ ਸਾਸ ਸਾਸ, ਸਿਮਰੋ 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 ਬਈ, ਸਵਾਸ ਸਵਾਸ ਸਿਮਰੋ, ਮਤ ਬਿਲਮ ਕਰੇ। ਦੇਰੀ ਨਾ ਲਾਓ ਭਾਈ। ਸਿਮਰਨ ਵੇਲੇ ਕਾਹਦੀ ਦੇਰੀ, ਭਜਨ ਕਰਨ ਵੇਲੇ ਕਿਉਂ ਦੇਰੀ ਲਾਣੀ ਹੈ। ਹਾਂਜੀ, ਛੋੜ ਪ੍ਰਪੰਚ ਪ੍ਰਭ ਸਿਉ ਰਚੋ, ਤਜ ਕੂੜੇ ਨੇਹ। ਸਾਹਿਬ ਕਹਿੰਦੇ ਪ੍ਰਪੰਚ ਹੈ ਸਭ। ਇਸ ਪ੍ਰਪੰਚ ਦੀ ਮਮਤਾ ਨੂੰ ਛੱਡ ਕੇ ਪ੍ਰਭੂ ਨਾਲ ਰਚ ਜਾ, ਜਿਸ ਨੇ ਪ੍ਰਪੰਚ ਰਚਿਆ। ਜਿਹੜਾ ਇਸ ਪ੍ਰਪੰਚ ਦਾ ਸਿਰਜਣਹਾਰ ਹੈ, ਇਸ ਪ੍ਰਪੰਚ ਦੇ ਸਿਰਜਣਹਾਰ ਵਿਧਾਤੇ ਨੂੰ ਚਿਤਵ ਯਾਦ ਕਰ। ਤਜ ਕੂੜੇ ਨੇਹ। ਆ ਜਿਹੜੇ ਝੂਠੇ ਨੇਹ ਨੇ ਨਾ ਸੰਸਾਰ ਦੇ, ਇਹ ਛੱਡ, ਇਹ ਤਿਆਗ। ਪ੍ਰਪੰਚ ਦਾ ਤਿਆਗ ਕਰਕੇ ਪ੍ਰਭੂ ਨਾਲ ਰਚ ਜਾ, ਅਭੇਦ ਹੋ ਜਾ। ਔਰ ਝੂਠੇ ਨੇਹ ਆਪਣੇ ਹਿਰਦੇ ਵਿੱਚੋਂ ਤਿਆਗ ਦੇ।
ਜਿਨ ਅਨਕ ਏਕ ਬਹੁ ਰੰਗ ਕੀਏ ਹੈ ਹੋਸੀ ਇਹ। ਜਿਸ ਨੇ ਅਨੇਕਾਂ ਹੀ ਇੱਕੋ ਪ੍ਰਕਾਰ ਦੇ ਜੀਵ ਅਨੇਕਾਂ ਰੰਗਾਂ ਦੇ ਬਣਾਏ ਨੇ। ਆਪਾਂ ਜਿੰਨੇ ਬੈਠੇ ਆ ਇੱਕ ਦੂਜੇ ਨਾਲ ਰੰਗ ਨਹੀਂ ਰਲਦਾ, ਚਿਹਰੇ ਮੋਹਰੇ ਨਹੀਂ ਰਲਦੇ। ਪੂਰੇ ਸੰਸਾਰ ਦੇ ਵਿੱਚ ਜਿੰਨੇ ਜੀਵ ਨੇ ਸਭ ਦੇ ਅਨੇਕਾਂ ਰੰਗ ਨੇ। ਇੱਕ ਨੇ ਅਨੇਕਾਂ ਪ੍ਰਕਾਰ ਦੇ ਜੀਵ ਰਚ ਦਿੱਤੇ ਨੇ ਔਰ ਇੱਕ ਦੂਜੇ ਨਾਲ ਨਹੀਂ ਮਿਲਦਾ। ਇੱਕ ਦਾ ਸੁਭਾਅ ਦੂਜੇ ਨਾਲ ਨਹੀਂ ਮਿਲਦਾ, ਇੱਕ ਦੇ ਸਰੀਰ ਦੀ ਪ੍ਰਕਿਰਤੀ ਦੂਜੇ ਦੇ ਸਰੀਰ ਨਾਲ ਨਹੀਂ ਮਿਲਦੀ। ਤੋ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਪਹਿਲਾਂ ਵੀ ਸੀ, ਹੁਣ ਵੀ ਹੈ ਤੇ ਅੱਗੇ ਵੀ ਹੋਵੇਗਾ। ਸਿੰਘ ਸਾਹਿਬ ਗਿਆਨੀ ਪ੍ਰਨਾਮ ਸਿੰਘ ਜੀ ਹੈਡ ਗ੍ਰੰਥੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਸੰਗਤ ਵਿੱਚ ਹਾਜ਼ਰੀ ਲਵਾ ਰਹੇ ਹਨ। ਜੀ ਆਇਆਂ। ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪਹਿਲਾਂ ਵੀ ਸੀ, ਹੁਣ ਵੀ ਹੈ ਤੇ ਅੱਗੇ ਵੀ ਹੋਵੇਗਾ। ਕਰ ਸੇਵਾ ਤਿਸ ਪਾਰ ਬ੍ਰਹਮ ਗੁਰ ਤੇ ਮਤ ਲੇਹ। ਕਰ ਸੇਵਾ ਤਿਸ ਪਾਰ ਬ੍ਰਹਮ ਗੁਰ ਤੇ ਮਤ ਲੇਹ। ਉਸ ਪਾਰ ਬ੍ਰਹਮ ਵਿਦਾਤੇ ਦੀ ਸੇਵਾ ਕਰ ਪਾਈ। ਗੁਰੂ ਪਾਤਸ਼ਾਹ ਜੀ ਦੇ ਪਾਸੋਂ ਇਹ ਮਤ ਲੈ ਲਓ। ਗੁਰੂ ਸਾਹਿਬ ਕੀ ਮਤ ਦਿੰਦੇ ਆ? ਸਤਿਗੁਰੂ ਜੀ ਮਤ ਦਿੰਦੇ ਆ, ਭਾਈ ਉਸ ਪਾਰ ਬ੍ਰਹਮ ਪਰਮੇਸ਼ਰ ਦੀ ਸੇਵਾ ਕਰੋ। ਕਰ ਸੇਵਾ ਤਿਸ ਪਾਰ ਬ੍ਰਹਮ, ਤਿਸ ਪਾਰ ਬ੍ਰਹਮ ਪਰਮੇਸ਼ਰ ਦੀ ਸੇਵਾ ਕਰੋ। ਗੁਰ ਤੇ ਮਤ ਲੇਹ। ਗੁਰੂ ਇਹੀ ਮਤ ਦਿੰਦੇ ਆ ਤੇ ਸਤਿਗੁਰਾਂ ਕੋਲੋਂ ਐਸੀ ਮਤ ਲਵੋ। ਉੱਚੇ ਤੇ ਉੱਚਾ ਵੱਡਾ ਸਭ ਸੰਗ ਬਰਨੇਹ। ਉੱਚੇ ਤੋਂ ਉੱਚਾ ਤੇ ਵੱਡੇ ਤੋਂ ਵੱਡਾ ਹੈ ਵਾਹਿਗੁਰੂ, ਜਿਹੜਾ ਸਾਰਿਆਂ ਦੇ ਨਾਲ ਰਹਿੰਦਾ, ਸਾਰਿਆਂ ਵਰਣਾਂ ਵਿੱਚ ਵਿਚਰਦਾ। ਸਭ ਜਿਸ ਦਾ ਵਰਣਨ ਕਰਦੇ ਐ ਉਹ ਉੱਚੇ ਤੋਂ ਉੱਚਾ ਤੇ ਵੱਡੇ ਤੋਂ ਵੱਡਾ ਹੈ। ਦਾਸ ਦਾਸ ਕੋ ਦਾਸਰਾ ਨਾਨਕ ਕਰ ਲੇਹ। ਮਹਾਰਾਜ ਜੀ ਜਿਹੜੇ ਤੁਹਾਡੇ ਦਾਸ ਨੇ ਉਹਨਾਂ ਦੇ ਦਾਸ ਤੇ ਅੱਗੋਂ ਮੈਨੂੰ ਉਹਨਾਂ ਦਾ ਦਾਸਰਾ ਕਰ ਲਵੋ। ਮੇਰੀ ਇਹ ਬੇਨਤੀ ਹੈ, ਆਪਣਿਆਂ ਦਾਸਾਂ ਦੇ ਦਾਸ ਕਰ ਲਓ। ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ, ਮੈਨੂੰ ਆਪਣਿਆਂ ਦਾਸਾਂ ਦੇ ਦਾਸ ਜਿਹੜੇ ਨੇ ਉਹਨਾਂ ਦਾ ਦਾਸ ਕਰ ਲਵੋ, ਬਣਾ ਲਵੋ। ਬਿਲਾਵਲ ਮਹਲਾ ਪੰਜਵਾ। ਏਕ ਟੇਕ ਗੋਵਿੰਦ ਕੀ ਤਿਆਗੀ ਅਨ ਆਸ। ਮੇਰੇ ਗੋਬਿੰਦ ਵਾਹਿਗੁਰੂ ਪਰਮੇਸ਼ਰ ਦੀ ਇੱਕੋ ਇੱਕ ਟੇਕ ਹੈ ਮੇਰੇ ਮਨ ਵਿੱਚ, ਬਾਕੀ ਮੈਂ ਸਾਰੀਆਂ ਆਸਾਂ ਤਿਆਗ ਦਿੱਤੀਆਂ ਨੇ। ਤਿਆਗੀ ਮਨ ਆਸ, ਧਰ ਜੀ ਅਰੇ ਇੱਕ ਟੇਕ ਤੂੰ ਲਹੇ ਬਿਡਾਨੀ ਆਸ। ਮੈਂ ਇੱਕ ਟੇਕ ਰੱਖੀ ਆਪਣੇ ਗੋਬਿੰਦ ਦੀ ਮਾਲਕ ਦੀ, ਉਹਦੇ ਤੋਂ ਬਿਨਾਂ ਬਾਕੀ ਸਭ ਆਸਾਂ ਤਿਆਗ ਦਿੱਤੀਆਂ ਨੇ, ਛੱਡ ਦਿੱਤੀਆਂ ਨੇ। ਜਣੇ ਖਣੇ ਦੀ ਆਸ ਰੱਖਣੀ ਛੱਡ ਦਿੱਤੀ ਹੈ। ਬੰਦਿਆਂ ਦੀ ਆਸ, ਮਨੁੱਖਾਂ ਦੀ ਆਸ, ਦਰਖਤਾਂ ਦੀ ਆਸ, ਮੜੀਆਂ ਤੇ ਕਬਰਾਂ ਦੀ ਆਸ, ਕਈ ਤਰ੍ਹਾਂ ਦੀਆਂ ਆਸਾਂ ਰੱਖੀ ਬੈਠੇ ਆ ਲੋਕ। ਮੈਂ ਸਾਰੀਆਂ ਆਸਾਂ ਤਿਆਗ ਦਿੱਤੀਆਂ ਨੇ, ਕੇਵਲ ਇੱਕੋ ਆਸ ਰੱਖੀ ਆਪਣੇ ਮਾਲਕ ਦੀ, ਆਪਣੇ ਪ੍ਰਭੂ ਦੀ। ਦੂਜੀ ਕੋਈ ਆਸ ਨਹੀਂ, ਦੂਜੀ ਕੋਈ ਓਟ ਨਹੀਂ। ਮੈਂ ਆਪਣੇ ਇੱਕ ਮਾਲਕ ਦੀ ਟੇਕ ਆਪਣੇ ਹਿਰਦੇ 'ਚ ਰੱਖੀ ਹੈ। ਸਭ ਉਪਰ ਸਮਰੱਥ ਪ੍ਰਭ ਪੂਰਨ ਗੁਣਤਾਸ। ਮੇਰਾ ਪ੍ਰਭੂ ਸਾਰਿਆਂ ਦੇ ਉੱਪਰ ਹੈ ਔਰ ਸਮਰੱਥ ਹੈ, ਔਰ ਮੇਰਾ ਪ੍ਰਭੂ ਪੂਰਨ ਗੁਣਾਂ ਦਾ ਮਾਲਕ ਹੈ। ਪੂਰਨ ਗੁਣਤਾਸ, ਪੂਰਨ ਹੈ
ਔਰ ਗੁਣਾਂ ਦਾ ਮਾਲਕ ਹੈ, ਗੁਣਾਂ ਦਾ ਅਥਾਹ ਸਮੁੰਦਰ ਹੈ। ਜਨ ਕਾ ਨਾਮ ਆਧਾਰ ਹੈ, ਪ੍ਰਭ ਸਰਨੀ ਪਾਹੇ। ਮੇਰਾ ਆਧਾਰ, ਮੇਰਾ ਆਸਰਾ ਪਰਮੇਸ਼ਰ ਦਾ ਨਾਮ ਹੈ। ਉਹਦਾ ਨਾਮ ਆਪਣੇ ਹਿਰਦੇ 'ਚ ਗ੍ਰਹਿਣ ਕਰਕੇ ਮੈਂ ਉਸ ਪ੍ਰਭੂ ਦੀ ਸ਼ਰਨ ਵਿੱਚ ਆਪਣਾ ਆਪ ਪਾ ਦਿੱਤਾ ਹੈ। ਪਰਮੇਸ਼ਰ ਕਾ ਆਸਰਾ ਸੰਤਨ ਮਨ ਮਾਹੇ। ਪਾਰ ਬ੍ਰਹਮ ਪਰਮੇਸ਼ਰ ਦਾ ਆਸਰਾ ਹੈ ਮੇਰੇ ਮਨ ਵਿੱਚ। ਰੱਬ ਦੇ ਪਿਆਰੇ ਸੰਤ ਜਨ ਜਿਹੜੇ ਨੇ ਉਹਨਾਂ ਦੇ ਮਨਾਂ ਵਿੱਚ ਕੇਵਲ ਪਰਮੇਸ਼ਰ ਦਾ ਆਸਰਾ ਹੈ। ਰਹਾਉ ਆਪ ਰਖੈ ਆਪ ਦੇਵਸੀ, ਆਪੇ ਪ੍ਰਤਪਾਰੈ। ਆਪ ਹੀ ਉਹ ਰੱਖਦਾ ਹੈ, ਆਪ ਹੀ ਦਾਤਾਂ ਦੇਣ ਵਾਲਾ ਹੈ ਤੇ ਆਪ ਹੀ ਪ੍ਰਤੀ ਏਕ ਜੀਵ ਦੀ ਪਾਲਣਾ ਕਰਨ ਵਾਲਾ ਪ੍ਰਤਪਾਲਕ ਹੈ। ਆਪ ਹੀ ਰੱਖਦਾ, ਆਪ ਹੀ ਦਿੰਦਾ ਹੈ ਤੇ ਆਪੇ ਹੀ ਹਰ ਇੱਕ ਜੀਵ ਦੀ ਪਾਲਣਾ ਕਰਨ ਵਾਲਾ ਪਾਲਣਹਾਰ ਹੈ। ਦੀਨ ਦਿਆਲ ਕਿਰਪਾ ਨਿਧੇ, ਸਾਸ ਸਾਸ ਸਮਾਰੈ। ਉਹ ਦੀਨਾਂ ਤੇ ਦਇਆ ਕਰਨ ਵਾਲਾ ਦਿਆਲੂ ਹੈ, ਕਿਰਪਾ ਦਾ ਖਜ਼ਾਨਾ ਹੈ। ਐਸੇ ਰੱਬ ਨੂੰ ਮੈਂ ਆਪਣੇ ਹਰ ਸਾਹ ਨਾਲ ਸੰਭਾਲਦਾ। ਸਾਸ ਸਾਸ ਸੰਭਾਰੈ, ਹਰ ਸਾਹ ਨਾਲ ਮੈਂ ਉਸ ਦੀ ਸੰਭਾਲਣਾ ਕਰਦਾ ਹਾਂ, ਹਰ ਸਾਹ ਨਾਲ ਉਸੇ ਦਾ ਚਿੰਤਨ ਕਰਦਾ ਹਾਂ। ਕਰਨਹਾਰ ਜੋ ਕਰ ਰਹਿਆ, ਸਾਈ ਵਡਿਆਈ। ਉਹ ਕਰਨਹਾਰ ਹੈ, ਜੋ ਕਰਦਾ ਉਹ ਹੋ ਰਿਹਾ ਹੈ। ਕਰਨਹਾਰ ਹੈ, ਜੋ ਕਰ ਰਿਹਾ ਉਹੀ ਕਰ ਰਿਹਾ, ਇਹੀ ਉਹਦੀ ਵਡਿਆਈ ਹੈ। ਇਹ ਵਡਿਆਈ ਗੁਰਸਿੱਖਾਂ ਦੇ ਮਨਾਂ ਨੂੰ ਭਾਉਂਦੀ ਹੈ ਕਿ ਵਾਹਿਗੁਰੂ ਕਰਨਹਾਰ ਹੈ, ਉਹਦੇ ਮਨ 'ਚ ਜੋ ਆਉਂਦਾ ਉਹ ਕਰ ਰਿਹਾ, ਉਹ ਜੋ ਸੋਚਦਾ ਉਹ ਕਰਦਾ ਹੈ। ਇਹੀ ਉਹਦੀ ਵਡਿਆਈ ਹੈ ਤੇ ਇਹ ਵਡਿਆਈ ਗੁਰਸਿੱਖਾਂ ਤੇ ਗੁਰਮੁਖਾਂ ਤੇ ਰੱਬ ਦੇ ਪਿਆਰਿਆਂ ਦੇ ਮਨਾਂ ਨੂੰ ਭਾਉਂਦੀ ਹੈ। ਉਹ ਕਹਿੰਦੇ ਕਰਨਹਾਰ ਹੈ ਹੀ ਰੱਬ, ਉਹਦੇ ਤੋਂ ਬਿਨਾਂ ਕੋਈ ਦੂਜਾ ਕਰਤਾ ਹੈ ਹੀ ਨਹੀਂ। ਹਾਂਜੀ, ਗੁਰਪੂਰੈ ਉਪਦੇਸਿਆ, ਸੁਖ ਖਸਮ ਰਜ਼ਾਈ। ਪੂਰੇ ਗੁਰੂ ਨੇ ਸਾਨੂੰ ਇਹ ਉਪਦੇਸ਼ ਦੇ ਕੇ ਉਪਦੇਸ਼ ਦੇ ਸਹਿਤ ਕੀਤਾ ਹੈ। ਕੀ ਆਖਿਆ ਪੂਰੇ ਗੁਰੂ ਨੇ ਉਪਦੇਸ਼ ਦੇ ਕੇ ਸਾਨੂੰ? ਇਹ ਉਪਦੇਸ਼ ਦਿੱਤਾ ਹੈ ਕਿ ਉਸ ਖਸਮ ਦੀ ਮਾਲਕ ਦੀ ਰਜ਼ਾ ਵਿੱਚ ਰਾਜੀ ਰਹਿਣਾ, ਇਹਦੇ 'ਚ ਹੀ ਤੁਹਾਨੂੰ ਸੁੱਖ ਪ੍ਰਾਪਤ ਹੋਣਾ। ਸੁੱਖ ਖਸਮ ਰਜਾਈ, ਪੂਰੇ ਗੁਰੂ ਨੇ ਸਾਨੂੰ ਇਹ ਉਪਦੇਸ਼ ਦਿੱਤਾ ਹੈ ਕਿ ਉਸ ਖਸਮ ਦੀ ਰਜ਼ਾ ਵਿੱਚ ਰਹਿ ਕੇ ਤੁਸੀਂ ਸੁਖੀ ਹੋਵੋਗੇ। ਆਪਣੇ ਭਾਣੇ ਚੱਲੋਗੇ ਤੇ ਦੁੱਖ ਪਾਓਗੇ, ਪਰਮੇਸ਼ਰ ਦੇ ਭਾਣੇ 'ਚ ਅਕਾਲ ਪੁਰਖ ਦੀ ਰਜ਼ਾ ਵਿੱਚ ਹੋ ਕੇ ਰਾਜੀ ਹੋ ਕੇ ਵਰਤੋਗੇ ਤੇ ਸੁਖੀ ਰਹੋਗੇ। ਇਹ ਉਪਦੇਸ਼ ਮੇਰੇ ਪੂਰੇ ਗੁਰੂ ਨੇ ਮੈਨੂੰ ਦਿੱਤਾ। ਪੰਜਵੇਂ ਪਾਤਸ਼ਾਹ ਕਹਿੰਦੇ ਧੰਨ ਗੁਰੂ ਰਾਮਦਾਸ ਸਾਹਿਬ ਨੇ ਕਿ ਨਿਰੰਕਾਰ ਦੇ ਖਸਮ ਦੀ ਰਜ਼ਾ ਵਿੱਚ ਚੱਲ ਕੇ ਹੀ ਤੁਸੀਂ ਸੁਖੀ ਹੋਵੋਗੇ। ਕਹਿੰਦੇ ਜੋ ਮੇਰੇ ਗੁਰੂ ਨੇ ਮੈਨੂੰ ਉਪਦੇਸ਼ ਦਿੱਤਾ ਹੈ, ਐ ਗੁਰਮੁਖੋ, ਉਹ ਉਪਦੇਸ਼ ਮੈਂ ਤੁਹਾਨੂੰ ਦੇ ਰਿਹਾ ਕਿ ਮਾਲਕ ਦੀ ਰਜ਼ਾ ਵਿੱਚ ਰਹਿ ਕੇ ਸੁਖੀ ਹੋਈਦਾ ਹੈ। ਚਿੰਤ ਅੰਦੇਸਾ ਗਣਤ ਤਜ, ਜਨ ਹੁਕਮ ਪਛਾਤਾ। ਆਪਣੀਆਂ ਮਨ ਦੀਆਂ ਚਿੰਤਾਵਾਂ ਤੇ ਅੰਦੇਸੇ, ਡਰ, ਸਹਿਮ ਤੇ ਅਨੇਕ ਪ੍ਰਕਾਰ ਦੀਆਂ ਗਿਣਤੀਆਂ ਮਿਣਤੀਆਂ, ਆਹ ਕੀ ਬਣੇਗਾ, ਆਹ ਕੀ, ਇਹਨੂੰ ਕਹਿੰਦੇ ਗਿਣਤੀਆਂ। ਇੱਕ ਗਿਣਤੀ ਚੜ੍ਹਨੀ, ਇੱਕ ਉਤਰਨੀ। ਚਿੰਤਾ, ਅੰਦੇਸਾ ਤੇ ਗਿਣਤੀਆਂ ਮਿਣਤੀਆਂ ਮਨ ਦੀਆਂ, ਕਈ ਤਰ੍ਹਾਂ ਦੇ ਫੁਰਨੇ ਕਫੁਰਨੇ ਤਜ, ਇਹਨਾਂ ਨੂੰ ਤਿਆਗ ਦਿਓ। ਔਰ ਜਨ ਹੁਕਮ ਪਛਾਤਾ, ਇਹਨਾਂ ਸਭ ਨੂੰ ਛੱਡ ਕੇ ਨਾ, ਗਿਣਤੀਆਂ ਮਿਣਤੀਆਂ ਚਿੰਤਾ ਹੰਦੇਸੇ ਸਭ ਛੱਡ ਕੇ ਜਿਹੜੇ ਰੱਬ ਦੇ ਪਿਆਰੇ ਜਨ ਨੇ ਉਹ ਪਰਮੇਸ਼ਰ ਦੇ ਹੁਕਮ ਦੀ ਪਛਾਣ ਕਰਦੇ ਹੈ। ਜਨ ਹੁਕਮ ਪਛਾਤਾ,
ਰੱਬ ਦੇ ਪਿਆਰੇ ਜਨ ਨਿਰੰਕਾਰ ਦੇ ਹੁਕਮ ਨੂੰ ਪਛਾਣਦੇ ਨੇ ਔਰ ਆ ਸਭ ਕੁਝ ਚਿੰਤਾ ਅੰਦੇਸੇ ਗਿਣਤੀਆਂ ਮਿਣਤੀਆਂ ਇਹ ਆਪਣੇ ਹਿਰਦੇ ਚੋਂ ਤਿਆਗ ਕੇ ਬੇਪਰਵਾਹ ਅਵਸਥਾ ਦੇ ਮਾਲਕ ਹੋ ਜਾਂਦੇ ਨੇ। ਹਾਂਜੀ। ਨਹਿ ਬਿਨਸੈ ਨਹਿ ਛੋੜ ਜਾਏ ਨਾਨਕ ਰੰਗ ਰਾਤਾ। ਕਹਿੰਦੇ ਅਵਸਥਾ ਐਸੀ ਹੈ ਕਿ ਜਿੱਥੇ ਪਹੁੰਚ ਕੇ ਇਹ ਅਵਸਥਾ ਨਾ ਬਿਨਸਦੀ ਹੈ ਨਾ ਇਹ ਛੱਡ ਕੇ ਜਾਣੀ ਪੈਂਦੀ ਹੈ। ਜਾਂ ਇਸ ਤਰ੍ਹਾਂ ਕਹਿ ਲਈਏ ਰੱਬ ਨਾ ਬਿਨਸਦਾ ਨਾ ਛੱਡ ਕੇ ਜਾਂਦਾ ਹੈ। ਐਸੇ ਨਿਰੰਕਾਰ ਰੱਬ ਦੇ ਪ੍ਰੇਮ ਦੇ ਰੰਗ ਵਿੱਚ ਮੈਂ ਰਾਤਾ ਰੰਗਿਆ ਹੋਇਆ ਹਾਂ। ਬਿਲਾਵਲ ਮਹੱਲਾ ਪੰਜਵਾਂ। ਬਿਲਾਵਲ ਰਾਗ ਚ ਪੰਜਵੇਂ ਪਾਤਸ਼ਾਹ ਜੀ ਉਚਾਰਦੇ ਹਨ। ਮਹਾ ਤਪਤ ਤੇ ਭਈ ਸਾਤ ਪਰਸਤ ਪਾਪ ਨਾਠੇ। ਜਿਹੜੀ ਮਹਾ ਤਪਸੀ ਨਾ ਅੰਦਰ ਵਿਕਾਰਾਂ ਦੀ ਉਹ ਸ਼ਾਂਤ ਹੋ ਗਈ ਹੈ। ਆਪਣੇ ਮਾਲਕ ਦੇ ਚਰਨਾਂ ਨੂੰ ਪਰਸ ਕੇ ਮੇਰੇ ਜਿੰਨੇ ਪਾਪ ਨੇ ਉਹ ਨਾਠੇ ਨਸ ਗਏ ਹਨ। ਅੰਧਕੂਪ ਮੈਂ ਗਲਤ ਥੇ ਕਾਡੇ ਦੇ ਹੱਥੇ। ਅਗਿਆਨਤਾ ਦੇ ਹੰਨੇ ਖੂਹ ਦੇ ਵਿੱਚ ਪਏ ਅਸੀਂ ਗਲ ਰਹੇ ਸੀ, ਸੜ ਰਹੇ ਸੀ, ਥੱਕ ਗਏ ਸੀ। ਮੇਰੇ ਮਾਲਕ ਜੀ ਨੇ ਸਾਡਾ ਹੱਥ ਪਕੜ ਕੇ ਸਾਨੂੰ ਇਹੋ ਜਿਹੇ ਖੂਹ ਚੋਂ ਬਾਹਰ ਕੱਢ ਲਿਆ ਹੈ। ਓਏ ਹਮਾਰੇ ਸਾਜਨਾ ਹਮ ਉਨਕੀ ਰੇਨ। ਏ ਪ੍ਰਭੂ ਤੁਸੀਂ ਸਾਡੇ ਸੱਜਣ ਹੋ। ਜਿਹੜੇ ਰੱਬ ਦੇ ਪਿਆਰੇ ਨੇ ਉਹ ਸਾਡੇ ਸੱਜਣ ਨੇ। ਮੈਂ ਉਹਨਾਂ ਸਾਧੂਆਂ ਦੇ ਚਰਨਾਂ ਦੀ ਰੇਣ ਤੇ ਧੂੜੀ ਹਾਂ। ਜਿਨ ਭੇਟਤ ਹੋਵਤ ਸੁਖੀ ਜੀਅ ਦਾਨ ਦੇਨ। ਜਿਨ੍ਹਾਂ ਨੂੰ ਮਿਲਦਿਆਂ ਮਨ ਸੁਖੀ ਹੋ ਜਾਂਦਾ ਕਹਿੰਦੇ ਮੈਂ ਆਪਣਾ ਜੀੜਾ ਉਹਨਾਂ ਦੇ ਚਰਨਾਂ 'ਚ ਭੇਟ ਕਰ ਦਿਆਂ। ਰਹਾਉ ਪਰਾ ਪੂਰਬਲਾ ਲਿਖਿਆ ਮਿਲਿਆ ਅਬ ਆਏ। ਪੂਰਬਲੇ ਜਨਮਾਂ ਦੇ ਕੀਤੇ ਕਰਮਾਂ ਦੇ ਲੇਖ ਜਿਹੜੇ ਲਿਖੇ ਹੋਏ ਸਨ ਹੁਣ ਆ ਕੇ ਮਿਲੇ ਨੇ। ਉਹਨਾਂ ਦਾ ਫਲ ਹੁਣ ਆ ਕੇ ਪ੍ਰਾਪਤ ਹੋਇਆ ਹੈ। ਬਸਤ ਸੰਗ ਹਰ ਸਾਧ ਕੈ ਪੂਰਨ ਆਸਾਏ। ਸਾਧੂਆਂ ਦੀ ਸੰਗਤ ਵਿੱਚ ਵਸ ਕੇ ਮੇਰੀਆਂ ਸਾਰੀਆਂ ਆਸਾਂ ਪੂਰਨ ਹੋ ਗਈਆਂ। ਮੇਰੇ ਸਾਰੇ ਮਨੋਰਥ ਸਾਧ ਸੰਗਤ ਵਿੱਚ ਆ ਕੇ ਪੂਰਨ ਹੋ ਗਏ ਹਨ। ਭੈ ਬਿਨਸੇ ਤੇ ਲੋਕ ਕੇ ਪਾਏ ਸੁਖ ਥਾਂ। ਕਿੰਨਾ ਲੋਕਾਂ ਦੇ ਭੈ ਬਿਨਸ ਗਏ ਨੇ, ਮੈਨੂੰ ਸੁਖ ਦਾ ਥਾਂ ਪ੍ਰਾਪਤ ਹੋ ਗਿਆ। ਦਇਆ ਕਰੀ ਸਮਰੱਥ ਗੁਰ ਬਸਿਆ ਮਨ ਨਾਮ। ਸਮਰੱਥ ਗੁਰੂ ਨੇ ਦਇਆ ਕੀਤੀ ਹੈ, ਮੇਰੇ ਹਿਰਦੇ 'ਚ ਵਾਹਿਗੁਰੂ ਦਾ ਨਾਮ ਵਸ ਗਿਆ ਹੈ। ਨਾਨਕ ਕੀ ਤੂੰ ਟੇਕ ਪ੍ਰਭ ਤੇਰਾ ਆਧਾਰ। ਮੇਰੇ ਮਨ ਦੀ ਟੇਕ ਹੈ ਪ੍ਰਭੂ ਤੂੰ ਹੈ, ਮੈਨੂੰ ਤੇਰਾ ਆਧਾਰ ਤੇ ਤੇਰਾ ਹੀ ਆਸਰਾ ਹੈ। ਕਰਨ ਕਾਰਨ ਸਮਰੱਥ ਪ੍ਰਭ ਹਰ ਅਗਮ ਅਪਾਰ। हे ਪ੍ਰਭੂ ਤੂੰ ਕਰਨ ਕਾਰਨ ਤੇ ਸਮਰੱਥ ਹੈ, ਅਗੰਮ ਹੈ, ਅਪਾਰ, ਪਾਰਾਵਾਰ ਤੋਂ ਰਹਿਤ ਹੈ। ਸਤਿਗੁਰਾਂ ਦੀ ਪਾਵਨ ਅੰਮ੍ਰਿਤਮਈ ਬਾਣੀ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਸਾਧ ਸੰਗਤ ਜੀ ਬੇਨਤੀ ਹੈ 11 ਨਵੰਬਰ ਨੂੰ ਗੁਰਦੁਆਰਾ ਥੜਾ ਸਾਹਿਬ ਸਮਾਣਾ ਫਤਿਹ ਦਿਵਸ, ਜਿਸ ਦਿਨ ਬਾਬਾ ਬੰਦਾ ਸਿੰਘ ਬਹਾਦਰ ਜੀ ਔਰ ਸਮੁੱਚੇ ਖਾਲਸੇ ਪੰਥ ਨੇ ਹੱਲਾ ਕਰਕੇ ਸਮਾਣਾ ਫਤਿਹ ਕੀਤਾ ਸੀ। 9ਵੇਂ ਪਾਤਸ਼ਾਹ ਨੂੰ ਸ਼ਹੀਦ ਕਰਨ ਵਾਲੇ ਜਲਾਦ ਜਲਾਲੂਦੀਨ ਤੇ ਸਾਹਿਬਜ਼ਾਦਿਆਂ ਦੇ ਕਾਤਲ ਜਾਨੀ ਖਾਂ ਮਾਨੀ ਖਾਂ ਵਰਗਿਆਂ ਨੂੰ ਸੋਧਾ ਲਾਇਆ ਸੀ ਔਰ ਸਮਾਣੇ ਤੇ ਖਾਲਸੇ ਰਾਜ ਦੇ ਝੰਡੇ ਝੁਲਾਏ ਸਨ। ਉਹ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ 11 ਨਵੰਬਰ ਨੂੰ ਗੁਰਦੁਆਰਾ ਥੜਾ ਸਾਹਿਬ ਸਮਾਣੇ 9ਵੇਂ ਪਾਤਸ਼ਾਹ ਦੇ ਸਥਾਨ ਤੇ ਮਨਾਏ ਜਾ ਰਹੇ ਨੇ। ਸਵੇਰੇ 9 ਤੋਂ ਦੁਪਹਿਰੇ 2 ਵਜੇ ਤੱਕ ਦੀਵਾਨ ਸਜਣਗੇ। ਸਜੇ ਹੋਏ ਦੀਵਾਨਾਂ 'ਚ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ, ਗਿਆਨੀ ਬੰਤਾ ਸਿੰਘ ਜੀ, ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸਤਿੰਦਰਬੀਰ ਸਿੰਘ ਜੀ ਹਾਜ਼ਰੀਆਂ ਭਰਨਗੇ
ਹੋਰ ਪੰਥ ਦੇ ਪ੍ਰਸਿੱਧ ਵਿਦਵਾਨ ਹਾਜ਼ਰੀਆਂ ਭਰਨਗੇ। ਸਿੰਘ ਸਾਹਿਬ ਗਿਆਨੀ ਸ਼ੇਰ ਸਿੰਘ ਜੀ ਹਾਜ਼ਰੀਆਂ ਭਰਨਗੇ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਜੀ ਨੇ ਇਹਨਾਂ ਸਮਾਗਮਾਂ ਵਿੱਚ ਸ਼ਮੂਲੀਅਤ ਕਰਕੇ ਗੁਰੂ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਪਰਸੋਂ 7 ਤਰੀਕ ਨੂੰ ਫਤਿਹ ਮਾਰਚ, ਜਿਵੇਂ ਬਾਬਾ ਜੀ ਨੇ ਦੋਦੜਾ ਨਗਰ ਹੈ ਸਮਾਣੇ ਦੇ ਨੇੜੇ, ਉੱਥੋਂ ਹੱਲਾ ਕੀਤਾ ਸੀ ਸਮਾਣੇ ਤੇ, ਉਸੇ ਪੁਰਾਤਨ ਇਤਿਹਾਸ ਦੇ ਤਹਿਤ ਦੋਦੜੇ ਨਗਰ ਤੋਂ ਸਮਾਣੇ ਵਾਲੇ ਪਾਸੇ ਫਤਿਹ ਮਾਰਚ ਪ੍ਰਾਰੰਭ ਹੋਵੇਗਾ। ਪਰਸੋਂ ਸਵੇਰੇ ਉਹ ਫਤਿਹ ਮਾਰਚ ਆਰੰਭ ਹੋ ਕੇ ਦੁਪਹਿਰ ਨੂੰ ਗੁਰਦੁਆਰਾ ਥੜਾ ਸਾਹਿਬ ਪਹੁੰਚੇਗਾ। ਉੱਥੇ ਉਪਰੰਤ ਗੱਤਕੇ ਦੇ ਮੁਕਾਬਲੇ ਹੋਣਗੇ। ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਪਰਸੋਂ ਐਤਵਾਰ ਨੂੰ 7 ਤਰੀਕ ਨੂੰ ਫਤਿਹ ਮਾਰਚ ਵਿੱਚ ਸ਼ਮੂਲੀਅਤ ਕਰਕੇ ਗੁਰੂ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਤੋਂ ਬੱਸਾਂ ਵੀ ਚੱਲਣਗੀਆਂ। ਜਿਹੜੇ ਆਪਣੇ ਵਾਹਨ ਲਿਜਾ ਸਕਦੇ ਆਪਣੇ ਵਾਹਨ ਲਿਜਾ ਕੇ ਉਹਨਾਂ ਨੂੰ ਵੀ ਸਫਲਾ ਕਰੋ ਔਰ ਫਤਿਹ ਮਾਰਚ ਸ਼ਮੂਲੀਅਤ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਇਹ ਬੇਨਤੀ ਪ੍ਰਵਾਨ ਕਰਨੀ ਜੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।